ਰੋਜ਼ਾਨਾ ਲੋਕ ਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਹੋਏ ਕੁਝ ਪ੍ਰਾਈਮ ਮੁੱਦੇ। ਗੱਲਬਾਤ ਕਰਾਂਗੇ ਕਿ ਅੱਜ ਸਵੇਰ ਤੋਂ ਵੀ ਚਰਚਾਵਾਂ ਨੇ ਕਿ ਕੁੰਵਰ ਵਿਜੇ ਪ੍ਰਤਾਪ ਜਿਹੜੇ ਹੈ ਆਮ ਆਦਮੀ ਪਾਰਟੀ ਦੇ ਵਿੱਚ ਭਲਕੇ ਸ਼ਾਮਲ ਹੋਣਗੇ ਤੇ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚ ਕੇ ਖੁਦ ਉਹਨਾਂ ਦਾ ਪਾਰਟੀ ਦੇ ਅੰਦਰ ਵੈਲਕਮ ਕਰਨਗੇ। ਪਰ ਉਸ ਤੋਂ ਬਾਅਦ ਇੰਟਰਵਿਊਜ਼ ਹੋਈਆਂ ਕੁਝ ਕੁੰਵਰ ਵਿਜੇ ਪ੍ਰਤਾਪ ਦੀਆਂ, ਜਿਸ ਤੋਂ ਬਾਅਦ ਹੁਣ ਦੁਚਿੱਤੀ ਬਣ ਗਈ ਹੈ ਕਿ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਵੀ ਜਾਂ ਨਹੀਂ, ਕਿਉਂਕਿ ਸਿੱਧੇ ਤੌਰ ਤੇ ਕੁੰਵਰ ਵਿਜੇ ਪ੍ਰਤਾਪ ਨੇ ਹਾਮੀ ਨਹੀਂ ਭਰੀ ਕਿ ਮੈਂ ਪਾਰਟੀ ਦੇ ਵਿੱਚ ਸ਼ਾਮਲ ਹੋਵਾਂਗਾ। ਇਸ ਤੇ ਵੀ ਤੁਹਾਨੂੰ ਸਾਫ਼ ਕਰਾਂਗੇ ਕਿ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਆ ਜਾਂ ਨਹੀਂ ਹੋਣ ਜਾ ਰਹੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਪ੍ਰਗਟ ਸਿੰਘ ਦੇ ਵੱਲੋਂ ਇੱਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਸਰਕਾਰ ਨੂੰ ਨਿਸ਼ਾਨੇ ਤੇ ਲੈ ਗਿਆ, ਖਾਸ ਕਰਕੇ ਉਹਨਾਂ ਦੀ ਕਾਰਗੁਜ਼ਾਰੀ ਅਤੇ ਜਿਹੜੇ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦਿੱਤੀ ਗਈ ਹੈ ਉਸ ਮਾਮਲੇ ਤੇ ਵੀ ਉਹਨਾਂ ਨੇ ਸਰਕਾਰ ਨੂੰ ਲੰਬੇ ਹੱਥੀ ਲਿਆ। ਔਰ ਜਿਸ ਪ੍ਰਕਾਰ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਅਤੇ ਆਮ ਆਦਮੀ ਪਾਰਟੀ ਦੇ ਉੱਪਰ ਗੱਲਾਂ ਬਾਤਾਂ ਕੀਤੀਆਂ ਨੇ, ਇੰਜ ਲੱਗਦਾ ਹੈ ਕਿ ਜਿਵੇਂ ਕੁੰਵਰ ਵਿਜੇ ਪ੍ਰਤਾਪ ਤੋਂ ਕੁਝ ਦੇਰ ਬਾਅਦ ਹੀ ਪ੍ਰਗਟ ਸਿੰਘ ਵੀ ਹੋ ਸਕਦੇ ਆ ਕਿ ਸ਼ਾਮਿਲ ਆਮ ਆਦਮੀ ਪਾਰਟੀ ਦੇ ਵਿੱਚ ਹੋ ਜਾਣ। ਅਸੀਂ ਅਜਿਹਾ ਕਿਉਂ ਕਰ ਰਹੇ ਹਾਂ, ਅਜਿਹੀਆਂ ਕਿਹੜੀਆਂ ਗੱਲਾਂ ਪ੍ਰਗਟ ਸਿੰਘ ਦੇ ਵੱਲੋਂ ਕਹੀਆਂ ਗਈਆਂ ਨੇ, ਉਹ ਵੀ ਤੁਹਾਨੂੰ ਦੱਸਾਂਗੇ। ਤਾਂ ਇਹਨਾਂ तमाम ਖਬਰਾਂ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਬਾਅਦ ਚ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਧੰਨਵਾਦ ਜੀ। ਅਣਖੀ ਸਾਹਿਬ, ਸਵੇਰ ਤੋਂ ਹੀ ਚਰਚਾਵਾਂ ਨੇ ਕਿ ਕੁੰਵਰ ਵਿਜੇ ਪ੍ਰਤਾਪ ਭਲਕੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਜਿਹੜਾ ਸ਼ਾਮਿਲ ਹੋਣਗੇ ਆਮ ਆਦਮੀ ਪਾਰਟੀ ਦੇ ਵਿੱਚ, ਪਰ ਉਸ ਤੋਂ ਬਾਅਦ ਕੁਝ ਇੰਟਰਵਿਊਜ਼ ਹੋਈਆਂ ਕੁੰਵਰ ਵਿਜੇ ਪ੍ਰਤਾਪ ਦੀਆਂ, ਜਿਸ ਤੋਂ ਉਹਨਾਂ ਨੇ ਸਿੱਧੇ ਤੌਰ ਤੇ ਹਾਮੀ ਨਹੀਂ ਭਰੀ ਤੇ ਡਿਨਾਈ ਕਰਦੇ ਦਿਖਾਈ ਦਿੱਤੇ ਕਿ ਮੈਂ ਹਾਲੇ ਨਹੀਂ ਸ਼ਾਮਲ ਹੋ ਰਿਹਾ, ਜੇ ਹੋਣਾ ਹੋਇਆ ਤਾਂ ਮੈਂ ਖੁੱਲੇ ਤੌਰ ਤੇ ਸ਼ਾਮਲ ਹੋਵਾਂਗਾ, ਮੀਡੀਆ ਨੂੰ ਦੱਸ ਕੇ ਸ਼ਾਮਲ ਹੋਵਾਂਗਾ। ਕੀ ਲੱਗਦਾ ਹੈ ਕਿ ਅਜਿਹੇ ਦੇ ਵਿੱਚ ਦੁਚਿੱਤੀ ਬਣ ਗਈ, ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਵੀ ਕੁੰਵਰ ਵਿਜੇ ਪ੍ਰਤਾਪ ਜਾਂ ਨਹੀਂ? ਸਿੱਧੂ ਸਾਹਿਬ, ਜਿਹੜਾ ਪੰਜਾਬ ਦਾ ਪਿਛਲਾ ਹਫਤਾ ਪੰਜਾਬ ਸਿਆਸਤ ਦਾ ਉਹ ਬੜਾ ਨਾ ਹੰਗਾਮਿਆਂ ਭਰਪੂਰ ਆ। ਇਸ ਹਫਤੇ ਦੇ ਦਰਮਿਆਨ ਬਹੁਤ ਕੁਝ ਅਜਿਹਾ ਵਾਪਰਿਆ ਕਿ ਜਿਸ ਨੇ ਪੰਜਾਬ ਦੇ ਸਿਆਸੀ ਸਮੀਕਰਨ ਜਿਹੜੇ ਨਾ ਪੂਰਨ ਤੌਰ ਤੇ ਬਦਲ ਕੇ ਰੱਖ ਦਿੱਤੇ ਆ ਤੇ ਸਿਆਸੀ ਬੁਖਾਰ ਇਸ ਵੇਲੇ ਜਿਹੜਾ ਟੈਂਪਰੇਚਰ ਬਿਲਕੁਲ ਸਿਖਰ ਤੇ ਹੈ। ਔਰ ਉਸੇ ਸਿਆਸੀ ਟੈਂਪਰੇਚਰ ਜਾਂ ਸਿਆਸੀ ਭੁਚਾਲ ਦੇ ਅੰਤਰਗਤ ਜਿਹੜੀ ਅੱਜ ਇਹ ਖਬਰ ਬਾਰ-ਬਾਰ ਸਾਹਮਣੇ ਆ ਰਹੀ ਹੈ ਕੁੰਵਰ ਵਿਜੇ ਪ੍ਰਤਾਪ ਦੇ ਸੰਦਰਭ ਵਿੱਚ ਕਿ ਕੁੰਵਰ ਵਿਜੇ ਪ੍ਰਤਾਪ ਕੱਲ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਸਕਦੇ ਆ ਸੂਤਰਾਂ ਦੇ ਹਵਾਲੇ ਦੇ ਨਾਲ। ਤੁਹਾਡੇ ਸ਼ਬਦਾਂ 'ਚ ਮੈਂ ਗੱਲ ਕਰਾਂ ਤਾਂ ਉਹ ਦੂਜੇ ਪਾਸੇ ਡਿਨਾਈ ਕਰ ਰਹੇ ਆ ਕਿ ਮੈਂ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ, ਜਾਂ ਜਦੋਂ ਕਰਾਂਗਾ ਮੈਂ ਠੋਕ ਕੇ ਕਰਾਂਗਾ, ਦੱਸ ਕੇ ਕਰਾਂਗਾ। ਤਾਂ ਇਹ ਸਾਰਾ ਦਿਨ ਅੱਜ ਚਰਚਾਵਾਂ ਜਿਹੜੀਆਂ ਨੇ ਮੀਡੀਆ ਹਾਊਸਿਸ ਦਾ ਇੱਕ ਸ਼ੁਗਲ ਰਹੀਆਂ ਨੇ, ਆਪਾਂ ਕਹਿ ਸਕਦੇ ਸ਼ੁਗਲ ਹੀ ਹੈ ਕਿ ਹੁਣ ਸਵੇਰ ਦੀ ਇਹੋ ਹੀ ਚੱਲਦਾ ਪਿਆ। ਪਰ ਸਿੱਧੂ ਸਾਹਿਬ, ਜੇਕਰ ਮੈਂ ਆਪਣੇ ਹੁਣ ਅਸਲੀ ਵਿਸ਼ੇ ਵੱਲ ਆਵਾਂ ਤਾਂ ਕੁੰਵਰ ਵਿਜੇ ਪ੍ਰਤਾਪ ਜੇ ਉਹਨੇ ਇਸ ਗੱਲ ਤੋਂ ਡਰਾਈ ਕੀਤਾ ਕਿ ਮੈਂ ਉਹਨੇ ਡਰਾਈ ਜਿਹੜਾ ਕੀਤਾ ਆ ਉਹਨੇ ਆਮ ਆਦਮੀ ਪਾਰਟੀ ਦਾ ਨਹੀਂ ਕੀਤਾ, ਉਹਨੇ ਵੈਸੇ ਕੀਤਾ ਕਿ ਮੈਂ ਕਿਸੇ ਚ ਨਹੀਂ ਜਾ ਰਿਹਾ ਨਾ। ਇਹ ਵੀ ਗੱਲ ਨਹੀਂ ਉਹਨੇ ਕਹੀ ਕਿ ਮੈਂ ਕਿਸੇ ਵੱਲ ਨਹੀਂ ਜਾ ਰਿਹਾ, ਉਹਨੇ ਕਿਹਾ ਮੈਂ ਜੋ ਕਰੂੰਗਾ ਖੁੱਲ ਕੇ ਕਰਾਂਗਾ। ਤਾਂ ਬੇਸਿਕਲੀ ਤੌਰ ਤੇ ਜਾਂ ਬੁਨਿਆਦੀ ਤੌਰ ਤੇ ਕੁੰਵਰ ਵਿਜੇ ਪ੍ਰਤਾਪ IPS ਅਫਸਰ ਰਿਹਾ ਆ, ਮੈਂ ਹੁਣ ਰਿਹਾ ਹੈ ਰਿਹਾ ਹੈ। ਉਹਦਾ ਕਾਰਨ ਤਾਂ ਇਸ ਕਰਕੇ ਉਹਦੀ ਜਿਹੜੀ ਕਾਰਜਕਾਰੀ ਉਹ ਅਫਸਰਾਂ ਵਾਲੀ ਹੈ, ਉਹ ਰਾਜਨੀਤਿਕ ਲੋਕਾਂ ਵਰਗੀ ਨਹੀਂ ਆ ਕਿ 4 ਦਿਨ ਪਹਿਲਾਂ ਸ਼ੋਸ਼ਾ ਛੱਡ ਕੇ ਇਹੋ ਜਿਹੀ ਗੱਲ ਕਰਨ। ਤੇ ਜਿਹੜਾ ਇਹ ਸ਼ੋਸ਼ਾ ਛੱਡਿਆ ਗਿਆ, ਇਹ ਸ਼ੋਸ਼ਾ ਜਿਹੜਾ ਨਾ ਮੀਡੀਆ ਹਾਊਸਿਸ ਵੱਲੋਂ ਛੱਡਿਆ ਗਿਆ ਆ। ਪਰ ਇਹਦੇ ਨਾਲ ਹੀ ਨਾਲ ਜਦੋਂ ਕੁਝ ਮੀਡੀਆ ਹਾਊਸਿਸ ਵੱਲੋਂ ਉਹਦੇ ਨਾਲ ਇੰਟਰਵਿਊ ਹੋਈ, ਇੰਟਰਵਿਊ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨੇ ਖੁੱਲ੍ਹ ਕੇ ਆਪਣੀ ਗੱਲਬਾਤ ਕੀਤੀ ਕਿ ਉਹਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਿਸ਼ਾਨੇ ਤੇ ਲਿਆ, ਦੂਜੇ ਪਾਸੇ ਕਾਂਗਰਸ ਨੂੰ ਵੀ ਨਿਸ਼ਾਨੇ ਤੇ ਲਿਆ, ਤਾਂ ਫਿਰ ਅਖੀਰ ਤੇ ਉਹਦੇ ਕੋਲ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਬਚ ਰਹੀ ਹੈ ਜਿਹਦੇ ਵੱਲ ਉਸਦਾ ਰੁਝਾਨ ਹੋ ਸਕਦਾ। ਔਰ ਜਿਸ ਤਰੀਕੇ ਨਾਲ ਉਹ ਇੱਕ ਨਵੀਂ ਸਿਆਸਤ ਦੇਣ ਦਾ ਦਾਅਵੇ ਕਰ ਰਿਹਾ ਕਿ ਇੱਕ ਨਵੀਂ ਸਿਆਸਤ ਅਸੀਂ ਪੰਜਾਬ ਨੂੰ ਦੇਣੀ ਹੈ, ਤਾਂ ਇਹੋ ਜਿਹੇ ਦਾਅਵੇ ਉਹ ਅਰਵਿੰਦ ਕੇਜਰੀਵਾਲ ਵੀ ਕਰਦੇ ਰਹੇ ਨੇ ਜਾਂ ਉਹਨਾਂ ਸੰਦਰਭ 'ਚ ਚੱਲਦਾ ਰਿਹਾ। ਹੁਣ ਪ੍ਰਸ਼ਨ ਇਹ ਹੈ ਕਿ ਉਹ ਹੁੰਦੇ ਆ ਕਿ ਨਹੀਂ ਹੁੰਦੇ। ਇਹ ਗੱਲ ਜ਼ਿਆਦਾ ਦੇਰ ਤੱਕ ਨਹੀਂ ਹੋਣੀ, ਇਹ ਹਾਰਡਲੀ ਕੱਲ ਤੱਕ ਜਿਹੜੀ ਗੱਲ ਆ ਉਹ ਸਾਫ਼ ਹੋ ਜਾਵੇਗੀ। ਕੱਲ ਤੱਕ ਸਾਫ਼ ਕਿਵੇਂ ਹੋ ਜਾਵੇਗੀ? ਕਿਉਂਕਿ ਅਰਵਿੰਦ ਕੇਜਰੀਵਾਲ ਕੱਲ ਸਿੱਧਾ ਅੰਮ੍ਰਿਤਸਰ, ਲੁਧਿਆਣੇ ਜਾਂ ਚੰਡੀਗੜ੍ਹ ਪ੍ਰੈਸ ਕਾਨਫਰੰਸ ਆ। ਔਰ ਆਮ ਤੌਰ ਤੇ ਇਹ ਸਮਝਿਆ ਜਾ ਰਿਹਾ ਸੀ ਕਿ ਅਰਵਿੰਦ ਕੇਜਰੀਵਾਲ ਆਪਣੀ ਪੰਜਾਬ ਫੇਰੀ ਦੇ ਦਰਮਿਆਨ ਕੋਈ ਅਹਿਮ ਐਲਾਨ ਕਰ ਸਕਦੇ ਆ, ਔਰ ਉਹ ਅਹਿਮ ਐਲਾਨ ਜਿਹੜਾ ਸੀ ਕੇਵਲ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਹੋ ਸਕਦਾ ਸੀ। ਤੇ ਪਰ ਜਦੋਂ ਕਿ ਆਮ ਤੌਰ ਤੇ ਇਹ ਕਿਹਾ ਜਾਂਦਾ ਕਿ ਅਰਵਿੰਦ ਕੇਜਰੀਵਾਲ ਜਦੋਂ ਵੀ ਹੁੰਦੇ ਆ ਇਹੋ ਗੱਲ ਕਹਿੰਦੇ ਆ कि हमारे स्कूलों का, दिल्ली के स्कूलों का अच्छा हाल है, पंजाब के स्कूलों का अच्छा हाल नहीं है, हमने दिल्ली में ये कर दिया,
ਪੰਜਾਬ 'ਚੋਂ ਨਹੀਂ ਇਹੋ ਜਿਹੀਆਂ ਗੱਲਾਂ ਕਰਦੇ ਆ। ਪਰ ਦੂਜੇ ਪਾਸੇ ਉਹਨਾਂ ਕੋਲ ਇਹ ਆਸ ਕੀਤੀ ਜਾ ਰਹੀ ਕਿ ਸ਼ਾਇਦ ਉਹ ਕੋਈ ਨਵਾਂ ਇੱਕ ਪ੍ਰੋਗਰਾਮ ਦੇਣਗੇ। ਤੇ ਅਰਵਿੰਦ ਕੇਜਰੀਵਾਲ ਦੀ ਜਿਹੜੀ ਪੰਜਾਬ ਫੇਰੀ ਆ ਜਦੋਂ, ਤੇ ਦੂਜੇ ਪਾਸੇ ਅੱਜ ਖਬਰ ਵਿਜੇ ਪ੍ਰਤਾਪ ਵੱਲੋਂ ਖੁੱਲ ਕੇ ਮੀਡੀਆ ਦੇ ਸਾਹਮਣੇ ਆਉਣਾ, ਇਹਨੂੰ ਤੁਸੀਂ ਆਪਸ ਦੇ ਵਿੱਚ ਜਦੋਂ ਮੇਲਦੇ ਜੇ ਤਾਂ ਬੜੇ ਪ੍ਰਸ਼ਨਾਂ ਦੇ ਉੱਤਰ ਜਿਹੜੇ ਨਾ ਉਹ ਆਪਣੇ ਆਪ ਹੀ ਸਾਡੇ ਸਾਹਮਣੇ ਆ ਜਾਂਦੇ ਆ ਕਿ ਕੱਲ ਕੀ ਵਾਪਰਦਾ ਹੈ। ਬੇਸ਼ੱਕ ਖਬਰ ਵਿਜੇ ਪ੍ਰਤਾਪ ਜੋ ਮਰਜ਼ੀ ਇਹਦੇ ਸੰਬੰਧੀ ਇਨਕਾਰ ਕਰਨ, ਸਹਿਮਤੀ ਪ੍ਰਗਟ ਕਰਨ, ਅਸਹਿਮਤੀ ਪ੍ਰਗਟ ਕਰਨ, ਇਹ ਉਹਨਾਂ ਦੀ ਆਪਣੀ ਮਰਜ਼ੀ ਆ। ਪਰ ਦੇਖੋ ਅਰਵਿੰਦ ਕੇਜਰੀਵਾਲ ਨੇ ਕੱਲ ਆਉਣਾ ਔਰ ਅੱਜ ਸਾਰਾ ਦਿਨ ਖਬਰ ਵਿਜੇ ਪ੍ਰਤਾਪ ਸਾਰਾ ਦਿਨ ਮੀਡੀਆ ਦੇ ਨਾਲ ਗੁਫ਼ਤਗੂ ਕਰਦੇ ਰਹੇ ਨੇ। ਅੱਜ ਤੋਂ ਪਹਿਲਾਂ ਕਿਉਂ ਨਹੀਂ ਕੀਤੀ? ਅੱਜ ਤੋਂ ਪਹਿਲਾਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂ ਨਹੀਂ ਟਾਰਗੇਟ ਨਿਸ਼ਾਨੇ ਤੇ ਲਿਆ? ਅੱਜ ਤੋਂ ਪਹਿਲਾਂ ਉਹਨਾਂ ਨੇ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਆ ਉਹਨੂੰ ਟਾਰਗੇਟ ਕਿਉਂ ਨਹੀਂ ਕੀਤਾ? ਕਹਿਣ ਦਾ ਅਰਥ ਹੈ ਕਿ ਬਹੁਤ ਕੁਝ ਪਰਦੇ ਦੇ ਪਿੱਛੇ ਵਾਪਰਦਾ ਪਿਆ ਆ। ਉਹ ਕੋਈ ਜ਼ਿਆਦਾ ਸਮਾਂ ਨਹੀਂ ਰਹਿ ਗਿਆ ਪਰਦਾ ਚੁੱਕਣ ਦੇ ਵਿੱਚ। ਹਾਰਡਲੀ 12 ਘੰਟੇ ਨੇ। 12 ਘੰਟਿਆਂ ਤੋਂ ਬਾਅਦ ਜਿਹੜੀ ਬਿੱਲੀ ਆ ਉਹ ਥੈਲੇ ਚੋਂ ਬਾਹਰ ਆ ਜਾਣੀ ਆ। ਔਰ ਇਹ ਗੱਲ ਜਿਹੜੀ ਸਾਡੇ ਸੂਤਰਾਂ ਤੋਂ ਜਾਂ ਮੀਡੀਆ ਹਾਊਸ ਦੇ ਸੂਤਰਾਂ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ, ਇਹਦੇ ਗੱਲ ਵਿੱਚ ਯਕੀਨੀ ਤੌਰ ਤੇ ਅਸੀਂ ਮਤਲਬ ਅਸੀਂ ਕਹਿ ਸਕਦੇ ਹਾਂ ਕਿ 99% ਚਾਂਸਿਸ ਤਾਂ ਇਹੋ ਹੀ ਆ ਕਿ ਖਬਰ ਵਿਜੇ ਪ੍ਰਤਾਪ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਆ। ਉਹਨਾਂ ਦਾ ਇਹਦੀ ਗੱਲ ਵੱਲੋਂ ਇਤਰਾਜ਼ ਪ੍ਰਗਟ ਕਰਨਾ, ਸਹਿਮਤੀ ਪ੍ਰਗਟ ਕਰਨਾ, ਅਸਹਿਮਤੀ ਪ੍ਰਗਟ ਕਰਨਾ, ਇਹ ਕੋਈ ਜ਼ਿਆਦਾ ਜਿਹੜਾ ਨਾ ਮਹੱਤਤਾ ਨਹੀਂ ਰੱਖਦੇ। ਕਿਉਂਕਿ ਅੱਜ ਦਾ ਜਿਹੜਾ ਵਿਸ਼ਾ ਆ, ਜਿਸ ਤਰੀਕੇ ਨਾਲ ਖਬਰ ਵਿਜੇ ਪ੍ਰਤਾਪ ਦੀ ਅੱਜ ਦੀ ਕਾਰਜਕਾਰੀ ਰਹੀ ਆ, ਉਸ ਕਾਰਜਕਾਰੀ ਦੇ ਸੰਦਰਭ ਦੇ ਵਿੱਚ ਕੱਲ ਆਉਣ ਵਾਲੇ ਦਿਨ ਵਿੱਚ ਬੜੇ ਵੱਡੇ ਧਮਾਕੇ ਜਿਹੜੇ ਨੇ ਸਿਆਸਤ ਦੇ ਖੇਤਰ ਵਿੱਚ ਹੋ ਸਕਦੇ ਆ। ਔਰ ਉਹਦੇ ਵਿੱਚ ਵੱਡਾ ਧਮਾਕਾ ਇਹੋ ਹੀ ਹੋਏਗਾ ਕਿ ਜਦੋਂ ਅਰਵਿੰਦ ਕੇਜਰੀਵਾਲ ਦਰਬਾਰ ਸਾਹਿਬ ਮੱਥਾ ਟੇਕਣ ਜਾਣਗੇ ਤਾਂ ਹੋ ਸਕਦਾ ਕਿ ਖਬਰ ਵਿਜੇ ਪ੍ਰਤਾਪ ਸਿੰਘ ਹੋਣੀ ਵੀ ਉਹਨਾਂ ਦੇ ਨਾਲ ਦਰਬਾਰ ਸਾਹਿਬ ਜਾਣ, ਕਿਉਂਕਿ ਦਰਬਾਰ ਸਾਹਿਬ ਦਾ ਔਰ ਖਬਰ ਵਿਜੇ ਪ੍ਰਤਾਪ ਦਾ ਆਪਸੀ ਬੜਾ ਨੇੜਲਾ ਰਿਸ਼ਤਾ ਰਿਹਾ ਆ। ਅੱਜ ਵੀ ਗੱਲਾਂ ਬਾਤਾਂ ਦੇ ਵਿੱਚ ਉਹਨਾਂ ਨੇ ਉਸ ਸੜਕ ਦਾ ਜ਼ਿਕਰ ਕੀਤਾ ਜਿਹੜੀ ਸੜਕ ਵੱਡੇ ਮਾਰਜਨ ਨਾਲ ਬਣਾਈ ਗਈ ਤੇ ਜਿਹਦਾ ਵੱਡਿਆਂ ਘਰਾਂ ਨੂੰ ਫਾਇਦਾ ਹੋਇਆ। ਇਹ ਜਿਹੜੀਆਂ ਗੱਲਾਂ ਸੀ ਅੱਜ ਖਬਰ ਵਿਜੇ ਪ੍ਰਤਾਪ ਨੇ ਆਪਣੀ ਵੱਖ-ਵੱਖ ਮੀਡੀਆ ਚੈਨਲਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਇਹ ਪ੍ਰਗਟ ਕੀਤੀ। ਔਰ ਸਭ ਤੋਂ ਵੱਡਾ ਜਿਹੜਾ ਉਹਨਾਂ ਨੇ ਵਾਰ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਜਰਨੈਲ, ਮਾਝੇ ਦੇ ਜਰਨੈਲ ਅਸ਼ੋਕਪ੍ਰੀਤ ਨਾਮ ਲੈ ਤੋਂ ਬਿਨਾਂ ਉਹਨਾਂ ਤੇ ਕੀਤਾ, ਜਦੋਂ ਉਹਨਾਂ ਨੇ ਇੱਕ ਡਰੱਗ ਮਾਫੀਆ ਜਿਹੜਾ ਸੀ ਅਨਵਰ ਮਿਸੀ ਦੇ ਸੰਦਰਭ ਵਿੱਚ ਗੱਲ ਕਰਦੇ ਆ ਕਿ ਅਨਵਰ ਮਿਸੀ ਇੰਨੀ ਔਕਾਤ ਦਾ ਮਾਲਕ ਨੇ ਕਿ 197 ਕਿਲੋ ਹੀਰੋਇਨ ਜਿਹੜੀ ਹੈ ਜਾਂ ਸਮੈਕ ਆਪਣੇ ਘਰ 'ਚ ਰੱਖ ਸਕੇ। ਉਹ ਆਪਣੇ ਵੱਡਿਆਂ ਨੂੰ ਖੁਸ਼ ਕਰ ਰਿਹਾ ਸੀ। ਤੇ ਦੂਜੇ ਪਾਸੇ ਉਹਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਨੂੰ ਘੇਰੇ ਵਿੱਚ ਲੈ ਲਿਆ। ਅੱਜ ਤੋਂ ਪਹਿਲਾਂ ਉਹਨਾਂ ਨੇ ਕਦੇ ਵੀ ਮੁੱਖ ਮੰਤਰੀ ਨੂੰ ਘੇਰੇ ਵਿੱਚ ਨਹੀਂ ਲਿਆ। ਉਹਨਾਂ ਨੇ ਕਿਹਾ ਕਿ ਰਿਪੋਰਟ ਜਿਹੜੀ ਆ ਉਹ ਰੱਦ ਕਰਾਈ ਗਈ ਆ। ਅਤਲ ਨੰਦਾ ਉਸ ਦਿਨ ਛੁੱਟੀ ਵੀ ਲੈ ਸਕਦਾ ਸੀ ਪਰ ਨਹੀਂ ਹੋਇਆ ਕਿਉਂਕਿ ਉੱਤਰੋਂ ਸਾਰੇ ਮਿਲੇ ਹੋਏ ਨੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਇਹੋ ਹੀ ਇਸ਼ਾਰਾ ਕਰਦੀਆਂ ਨੇ ਕਿ ਸਵੇਰੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਧਮਾਕਾ, ਸਿਆਸੀ ਧਮਾਕਾ ਜਿਹੜਾ ਹੋਵੇਗਾ। ਇੱਕ ਪਾਸੇ ਤਾਂ ਹਾਲੇ ਸਾਫ਼ ਨਹੀਂ ਹੋ ਪਾ ਰਿਹਾ, ਜਿਵੇਂ ਮੈਂ ਤੁਹਾਨੂੰ ਕਹਿ ਰਿਹਾ। ਵੈਸੇ ਤੁਸੀਂ ਜਿਹੜੀ ਗੱਲਾਂ ਬਾਤਾਂ ਦੱਸੀਆਂ ਉਹ ਤੋਂ ਸਾਫ਼ ਹੈ, ਠੀਕ ਹੈ, ਤੁਹਾਡੀ ਗੱਲ ਠੀਕ ਹੈ। ਇੱਕ ਪਾਸੇ ਇਹ ਵੀ ਤਰਕ ਹੈਗਾ ਨਾ ਕਿ ਵਾਕਈ ਸ਼ਾਮਲ ਹੋਣਗੇ, ਕਿਉਂਕਿ ਇੱਕ ਪਾਸੇ ਤਾਂ ਸਾਫ਼ ਨਹੀਂ ਹੋ ਰਿਹਾ ਕਿਉਂਕਿ ਦੁਜਿੱਤੀ ਬਣੀਆਂ ਬਹੁਤ ਸਾਰੇ ਲੋਕਾਂ ਦੇ ਵਿੱਚ। ਹੋ ਸਕਦਾ ਕਿ ਆਪਣੀ ਗੱਲ ਵੀ ਜਿਹੜੀ ਹੈ ਲੋਕਾਂ ਨੂੰ ਕਈਆਂ ਨੂੰ ਹਾਜ਼ਮ ਨਾ ਆਵੇ। ਕਈ ਲੋਕ ਸੋਚਦੇ ਹੋਣਗੇ ਭਾਈ ਉਹ ਆਪ ਤਾਂ ਕਹੀ ਜਾਂਦਾ ਮੈਂ ਨਹੀਂ ਸ਼ਾਮਲ ਹੋ ਰਿਹਾ, ਤੁਸੀਂ ਕਹੀ ਜਾਂਦੇ ਹੋ ਰਿਹਾ। ਪਰ ਇਹ ਵੀ ਇੱਕ ਤਰਕ ਬਣ ਸਕਦਾ ਕਿਉਂਕਿ ਜਿਸ ਤਰੀਕੇ ਨਾਲ ਹਾਲੇ ਤੱਕ ਸਾਫ਼ ਨਹੀਂ ਹੋਇਆ ਕਿ ਉਹ ਸ਼ਾਮਲ ਹੋਣਗੇ ਜਾਂ ਨਹੀਂ। ਤਾਂ ਦੂਜੇ ਪਾਸੇ ਖਬਰਾਂ ਇਹ ਵੀ ਆਉਣ ਲੱਗੀਆਂ ਕਿ ਉਹ ਭਾਈ ਨਾਰਥ ਜਿਹੜੀ ਅੰਮ੍ਰਿਤਸਰ ਤੋਂ ਟਿਕਟ ਲੜ ਸਕਦੇ ਆ। ਗੱਲ ਸੀਟ ਦਾ ਵੀ ਪੱਕਾ ਹੋ ਗਿਆ, ਪਰ ਹਾਲੇ ਤੱਕ ਸਾਫ਼ ਇਹ ਨਹੀਂ ਹੋ ਸਕਿਆ ਕਿ ਪਾਰਟੀ ਸ਼ਾਮਲ ਕਦੋਂ ਹੋਣਾ। ਦੇਖੋ ਖਬਰ ਵਿਜੇ ਪ੍ਰਤਾਪ ਦਾ ਜਿਹੜਾ ਆਧਾਰ ਆ, ਮੈਂ ਸਿਆਸੀ ਆਧਾਰ ਦੀ ਗੱਲ ਨਹੀਂ ਕਰਾਂਗਾ ਕਿ ਜਿਹੜਾ ਉਹਦਾ ਨਿੱਜੀ ਆਧਾਰ ਆ ਅੰਮ੍ਰਿਤਸਰ ਔਰ ਬਾਰਡਰ ਬੈਲਟ ਦੇ ਵਿੱਚ ਉਹਨੇ ਆਪਣੇ IPS ਕਾਰਜਕਾਲ ਦੇ ਦੌਰਾਨ ਇਹਨਾਂ ਸਾਰੇ ਜ਼ਿਲ੍ਹਿਆਂ 'ਚ, ਬਾਰਡਰ ਜ਼ਿਲ੍ਹਿਆਂ 'ਚ ਉਹ ਬਤੌਰ SSP ਕੰਮ ਕਰਦਾ ਰਿਹਾ। ਔਰ ਉਹਦੀ ਜਿਹੜੀ ਦੇਖ ਰੇਖ ਇਮਾਨਦਾਰ ਪੁਲਿਸ ਅਫਸਰ ਦੀ ਆ। ਔਰ ਉਸ ਤੋਂ ਮਗਰੋਂ ਜਿਹੜੀ ਸਭ ਤੋਂ ਵੱਡੀ ਉਹਦੀ ਦਿੱਖ ਬਣੀ ਜਦੋਂ ਉਹਨੇ ਬਹਿਬਲ ਕਲਾਂ ਦੇ ਜਿਹੜਾ ਕੋਟਕਪੂਰਾ ਕਾਂਡ ਦੇ ਦੋਸ਼ੀਆਂ ਦੀ SIT ਦੀ ਰਿਪੋਰਟ ਪੇਸ਼ ਕੀਤੀ ਤੇ ਰਿਪੋਰਟ ਰੱਦ ਹੋਈ। ਉਹਦੇ ਨਾਲ ਉਹ ਸਿੱਖ ਹਿਰਦਿਆਂ ਦੇ ਵਿੱਚ ਉਹ ਜ਼ਿਆਦਾ ਕਰ ਗਿਆ, ਪੰਥਕ ਹਲਕੇ ਉਹਨੂੰ ਸਲਾਮ ਕਰਨ ਲੱਗ ਪਏ। ਜਿਸ ਤਰੀਕੇ ਨਾਲ ਦਾਦੂਵਾਲ ਨੇ ਉਹਨੂੰ ਸਨਮਾਨ ਵੀ ਕੀਤਾ ਗੋਲਡ ਮੈਡਲ ਦੇ ਨਾਲ, ਔਰ ਜਿੰਨੀਆਂ ਵੀ ਜਥੇਬੰਦੀਆਂ, ਸਿੱਖ ਜਥੇਬੰਦੀਆਂ ਸੀ ਉਹਦਾ ਸਨਮਾਨ ਕਰਨ ਲੱਗ ਪਈਆਂ। ਉਹਨਾਂ ਦੇ ਵਿੱਚ ਉਸਦਾ ਇੱਕ ਵੱਖਰਾ ਆਧਾਰ ਬਣਿਆ। ਤੁਸੀਂ ਅੰਮ੍ਰਿਤਸਰ ਦੀ ਇੱਕ ਸੀਟ ਨੂੰ ਛੱਡ ਕੇ ਗੱਲ ਆਪਾਂ ਸਾਈਡ ਤੇ ਰਹਿੰਦੀ ਹੈ, ਤਰਨਤਾਰਨ ਅੰਮ੍ਰਿਤਸਰ ਜਾਂ ਜ਼ਿਲ੍ਹਾ ਗੁਰਦਾਸਪੁਰ ਤੇ ਕਿਤੇ ਵੀ ਹਲਕੇ 'ਚ ਉਹ ਖਲੋ ਜਾਵੇ, ਉਹ ਬੰਦੇ ਦੀ ਜਿਹੜੀ ਜਿੱਤ ਆ ਉਹ ਯਕੀਨੀ ਆ। ਉਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਹੈ। ਪੰਥਕ ਹਲਕਿਆਂ ਦੇ ਵਿੱਚੋਂ ਯਾਨੀ ਉਹਦੀ ਵੋਟ ਜਿਹੜੇ ਪੰਥਕ ਹਲਕੇ ਨੇ ਜਿਨ੍ਹਾਂ 'ਚ ਉਹ ਖਲੋ ਜਾਵੇ। ਪਰ ਉਹਦੀ ਜਿਸ ਤਰੀਕੇ ਦੀ ਉਹਨੇ ਅੱਜ ਗੱਲਬਾਤ ਕੀਤੀ, ਤੁਸੀਂ ਇਹ ਗੱਲ ਕੀਤੀ ਕਿ ਉਹ ਡਰਾਈ ਕਰ ਰਿਹਾ, ਅਸੀਂ ਕਹੀ ਜਾਂਦੇ ਹਾਂ ਸੋ ਸਭ ਬੜਾ ਕੁਝ ਇਹੋ ਜਿਹਾ ਹੁੰਦਾ। ਮਤਲਬ ਆ ਜਿਹੜੀਆਂ ਦੋ ਮੀਟਿੰਗ ਜਿਹੜੀਆਂ ਪਿਛਲੇ ਦਿਨਾਂ ਦੇ ਸੰਦਰਭ 'ਚ ਹੋਈਆਂ, ਸਵਾਲ ਇਹ ਵੀ ਹੈ ਅੰਕੀ ਸਾਹਿਬ, ਸਵਾਲ ਇਹ ਵੀ ਹੈ, ਠੀਕ ਹੈ, ਉਹਨੂੰ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ ਹੈਗਾ ਉਹਨੂੰ ਸਨਮਾਨਿਤ ਕੀਤਾ ਗਿਆ। ਉਹ ਇੱਕ ਇੰਡੀਵਿਜੂਅਲ ਵਿਅਕਤੀ ਦੇ ਤੌਰ ਤੇ ਕੀਤਾ ਗਿਆ, ਇਮਾਨਦਾਰ ਪੁਲਿਸ ਅਫਸਰ ਦੇ ਤੌਰ ਤੇ ਕੀਤਾ ਗਿਆ। ਇੱਕ ਵਧੀਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ ਤੇ ਗੋਲੀਕਾਂਡਾਂ ਦੇ ਨਾਲ ਜੁੜੀ ਜਾਂਚ ਨੂੰ ਵਧੀਆ ਤਰੀਕੇ ਨਾਲ ਕਰਨ ਦੇ ਸੰਬੰਧ ਦੇ ਵਿੱਚ ਜਿਹੜੇ ਉਹਨੂੰ ਉਹ ਕੀਤਾ ਗਿਆ ਸਨਮਾਨਿਤ ਗੋਲਡ ਮੈਡਲ ਦੇ ਨਾਲ। ਪਰ ਜੇਕਰ ਉਹ ਕਿਸੇ ਰਾਜਨੀਤਿਕ ਧਿਰ ਦਾ ਹਿੱਸਾ ਬਣਦੇ ਆ, ਆਮ ਆਦਮੀ ਪਾਰਟੀ ਜੁਆਇਨ ਕਰਦੇ ਆ, ਕਿ ਫਿਰ ਵੀ
ਪੂਰਨ ਤੌਰ ਤੇ ਸਮਰਥਨ ਸਿੱਖ ਜਥੇਬੰਦੀਆਂ ਦਾ, ਸਿੱਖ ਵੋਟਰਾਂ ਦਾ ਜਿਹੜਾ ਹੈਗਾ ਕੁਮਰ ਵਿਜੇ ਪ੍ਰਤਾਪ ਦੇ ਨਾਲ ਰਹੇਗਾ? ਦੇਖੋ, ਉਹ ਸਿਰਫ ਬੜਾ ਵਧੀਆ ਪ੍ਰਸ਼ਨ ਤੁਸੀਂ ਕੀਤਾ ਕਿ ਅਜੇ ਉਹਨੇ ਜੁਆਇਨ ਕਰਨਾ, ਕਿ ਚਲੋ ਤੁਹਾਡੇ ਸ਼ਬਦਾਂ 'ਚ ਮੈਂ ਬੋਲਾਂ ਕਿ ਅਜੇ ਉਹਨੇ ਜੁਆਇਨ ਕਰਨਾ ਕਿ ਨਹੀਂ ਕਰਨਾ, ਉਹਨੇ ਨਾ ਕਰ ਦਿੱਤੀ ਆ। ਉਸ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ, ਬਾਦਲ ਔਰ ਕਾਂਗਰਸ ਦੇ ਵਿੱਚ ਇੱਕ ਕਿਸਮ ਦਾ ਮਤਲਬ ਇੱਕ ਚਿੰਤਾ, ਇੱਕ ਮਤਲਬ ਫਿਕਰ ਦੀ ਜਿਹੜੀ ਲਹਿਰ ਨਾ ਉਹ ਫੈਲ ਗਈ। ਸਹਿਮ ਜਿਹਾ, ਉਹ ਬੁਖਲਾਹਟ ਦੀ ਸਥਿਤੀ ਵਿੱਚ ਆ ਗਿਆ। ਸ਼੍ਰੋਮਣੀ ਅਕਾਲੀ ਦਲ ਦਾ ਬੁਲਾਰਾ ਹੋਰ ਬੋਲੀ ਜਾ ਰਿਹਾ, ਈਵਨ ਕਾਂਗਰਸ ਦੇ ਬੁਲਾਰੇ ਬਲਿੰਦਰ ਸਿੰਘ ਢਿੱਲੋਂ ਕੁਝ ਹੋਰ ਬੋਲੀ ਜਾ ਰਹੇ ਉਹਦੇ ਖਿਲਾਫ। ਅਜੇ ਉਹਨੇ ਅਜੇ ਪ੍ਰਵੇਸ਼ ਕੀਤਾ ਨਹੀਂ। ਇਸ ਤਰ੍ਹਾਂ ਜੇ ਤੇ ਔਰ ਜਦੋਂ ਉਹ ਪ੍ਰਵੇਸ਼ ਕਰ ਲਵੇਗਾ, ਜਿਹੜੀ ਤੁਸੀਂ ਗੱਲ ਕੀਤੀ ਕਿ ਲੋਕਾਂ ਨੂੰ ਹਜਮ ਹੋਏਗਾ, ਪਹਿਲਾਂ ਉਹਦੀ ਛਵੀ ਜਿਹੜੀ ਸੀ, ਉਹਦੀ ਪਹਿਚਾਣ ਇੱਕ ਇਮਾਨਦਾਰ ਅਫਸਰ ਵਾਲੀ ਸੀ। ਸਿੱਧੂ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਕਹਿ ਦੇਵਾਂ, ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ 'ਚ ਰਿਹਾ ਔਰ ਹੁਣ ਉਹਦੇ ਸੰਬੰਧੀ ਕੋਈ ਫੈਸਲਾ ਨਹੀਂ ਹੋ ਰਿਹਾ, ਨਵਜੋਤ ਸਿੱਧੂ ਦੀ ਸ਼ਖਸੀਅਤ ਤੇ ਕੋਈ ਪੈਸੇ ਦਾ ਇਲਜ਼ਾਮ ਨਹੀਂ ਲੱਗਦਾ ਔਰ ਸਾਰੀਆਂ ਪਾਰਟੀਆਂ ਉਹਨੂੰ ਆਪਣੇ ਵੱਲ ਖਿੱਚਦੀਆਂ ਪਈਆਂ ਨੇ। ਇਹੋ ਹੀ ਹਾਲ ਕੰਵਰ ਵਿਜੇ ਪ੍ਰਤਾਪ ਦਾ ਹੈ। ਕੰਵਰ ਵਿਜੇ ਪ੍ਰਤਾਪ ਜੇਕਰ ਆਮ ਆਦਮੀ ਪਾਰਟੀ 'ਚ ਜਾਂਦਾ ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਦੇਖ ਨਾ, ਪੜ੍ਹਿਆ ਲਿਖਿਆ ਦੀ ਦੇਖ, ਇਮਾਨਦਾਰਾਂ ਦੀ ਦੇਖ ਔਰ ਸੁਲਝੇ ਹੋਏ ਬੰਦਿਆਂ ਦੀ ਦੇਖ, ਜਿਹੜੀ ਇੱਕ ਨਵੀਂ ਰਾਜਨੀਤੀ ਨੂੰ ਲਿਆਉਣਾ ਚਾਹੁੰਦੇ ਆ, ਜਿਸ ਕਾਰਨ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਗੱਲ ਵੱਖਰੀ ਕਿ 2017 ਦੇ ਵਿੱਚ ਆਮ ਆਦਮੀ ਪਾਰਟੀ ਆਪਣੇ ਮਿੱਥੇ ਨਿਸ਼ਾਨੇ ਨੂੰ ਪ੍ਰਾਪਤ ਨਹੀਂ ਕਰ ਸਕੀ। ਵੱਖਰਾ ਇਸ਼ੂ ਆ, ਕਿਉਂਕਿ ਉਦੋਂ ਵੀ ਅਫਵਾਹਾਂ ਸਨ ਕਿ ਕਾਂਗਰਸ ਤੇ ਅਕਾਲੀ ਦਲ ਦਾ ਆਪਸੀ ਮੇਲਜੋਲ ਹੋ ਗਿਆ। ਉਹਨਾਂ ਨੇ ਇਹ ਗੱਲ ਕਹੀ, ਕਾਂਗਰਸ ਮਤਲਬ ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦੇ ਸੀ ਬੀਜੇਪੀ ਵਾਲੇ ਕਿ ਕਿਸੇ ਵੀ ਸੂਰਤ ਵਿੱਚ ਕੇਜਰੀਵਾਲ ਪੰਜਾਬ 'ਚ ਪ੍ਰਵੇਸ਼ ਨਹੀਂ ਕਰਨਾ ਚਾਹੀਦਾ, ਹੋਰ ਬੇਸ਼ੱਕ ਕਾਂਗਰਸ ਆ ਜਾਵੇ। ਸ਼ਾਇਦ ਇਦਾਂ ਦੀਆਂ ਅਫਵਾਹਾਂ ਚੱਲੀਆਂ ਸਨ, ਉਹ ਸੱਚ ਵੀ ਹੈ। ਪਰ ਇਹਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦਾ ਆਧਾਰ ਪੰਜਾਬ ਦੇ ਲੋਕਾਂ ਦੇ ਵਿੱਚ ਹੈਗਾ। 10% ਹੋਵੇ, 15% ਹੋਵੇ, ਜੋ ਵੀ ਹੈਗਾ ਆਧਾਰ ਹੈਗਾ। ਲੋਕ ਇਸ ਨੂੰ ਇੱਕ ਇਮਾਨਦਾਰ ਪਾਰਟੀ ਦੇ ਰੂਪ 'ਚ ਵੇਖਦੇ ਨੇ। ਉਹਨਾਂ ਦਾ ਪਿਛੋਕੜ ਕੀ ਹੈ ਜਾਂ ਆਪਸੀ ਕੀ, ਉਹ ਗੱਲਾਂ ਵੱਖਰੀਆਂ ਨੇ, ਪਰ ਆਮ ਜਿਹੜੀ ਇਮੇਜ ਆ ਉਹ ਇਸ ਤਰ੍ਹਾਂ ਦੀ ਆ। ਔਰ ਜੇਕਰ ਕੰਵਰ ਵਿਜੇ ਪ੍ਰਤਾਪ ਇਸ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਦਾ ਤਾਂ ਉਸ ਦੀ ਦਿੱਖ ਜਿਹੜੀ ਨਾ ਉਹ ਉੱਥੇ ਮੇਨਟੇਨ ਕਰਦੀ, ਜਿਸ ਤਰ੍ਹਾਂ ਹੀ ਇੱਕ ਇੰਗਲਿਸ਼ ਦੇ ਵਿੱਚ ਸ਼ਬਦ ਹੈਗਾ ਪਰਸਨੈਲਿਟੀ ਕਲਟ। ਪਰਸਨੈਲਿਟੀ ਕਲਟ ਉੱਥੇ ਡੋਮੀਨੇਟ ਕਰੇਗਾ। ਜਿਸ ਤਰ੍ਹਾਂ ਨਵਜੋਤ ਸਿੱਧੂ ਜਾਂਦਾ ਤਾਂ ਨਵਜੋਤ ਸਿੱਧੂ ਜਿਸ ਤਰੀਕੇ ਨਾਲ ਉਹਦਾ ਕੱਲ ਦਾ ਫੈਸਲਾ ਨਹੀਂ ਹੁੰਦਾ, ਜੇਕਰ ਉਹਨੂੰ ਕਾਂਗਰਸ ਹਾਈ ਕਮਾਨ ਪੰਜਾਬ ਦਾ ਸੂਬਾ ਪ੍ਰਧਾਨ ਨਹੀਂ ਬਣਾਉਂਦੀ ਤਾਂ ਆਫਟਰ ਫਿਰ ਉਹਨੂੰ ਵੀ ਤਾਂ ਆਪਣਾ ਰਸਤਾ ਅਪਣਾਉਣਾ ਹੀ ਪਏਗਾ। ਉੱਥੇ ਵੀ ਪਰਸਨੈਲਿਟੀ ਕਲਟ ਨਵਜੋਤ ਸਿੱਧੂ ਦਾ ਡੋਮੀਨੇਟ ਕਰਨਾ ਹੈ। ਆਮ ਆਦਮੀ ਪਾਰਟੀ ਦਾ ਆਧਾਰ ਤਾਂ ਚਲੋ ਹੈ ਹੀ ਹੈ, ਜਿੰਨਾ ਵੀ ਥੋੜਾ ਬਹੁਤਾ ਹੋਏਗਾ। ਬੰਦੇ ਦੀ ਸ਼ਖਸੀਅਤ ਕਈ ਵਾਰੀ ਸਥਿਤੀਆਂ ਨੂੰ ਬਦਲਣ ਦੇ ਪੂਰੀ ਤਰ੍ਹਾਂ ਸਮਰੱਥ ਹੁੰਦੀ ਹੈ। ਤਾਂ ਇਸ ਕਾਰਨ ਕੰਵਰ ਵਿਜੇ ਪ੍ਰਤਾਪ ਜਦੋਂ ਜਾਏਗਾ ਕਿਸੇ ਪਾਰਟੀ ਦੇ ਵਿੱਚ, ਕੁਦਰਤੀ ਤੌਰ ਤੇ ਉਸਦੀ ਆਲੋਚਨਾ ਹੋਣੀ ਹੈ। ਬੜਾ ਸ਼ੱਕ ਅਸੀਂ ਜੋ ਮਰਜ਼ੀ ਕਰੀ, ਉਹ ਇਮਾਨਦਾਰ ਆ, ਕਿਉਂਕਿ ਪਹਿਲੀ ਉਹਦੀ ਦਿੱਖ ਜਿਹੜੀ ਸੀ, ਆਲੋਚਨਾ ਤਾਂ ਅੱਜ ਤੋਂ ਹੀ ਹੋਣੀ ਸ਼ੁਰੂ ਹੋ ਗਈ, ਆਲੋਚਨਾ ਹੋਵੇਗੀ। ਪਰ ਉਹ ਆਲੋਚਨਾ ਜਿਹੜੀ ਨਾ ਉਹ ਸਭ ਲੋਕ ਸਮਝ ਲੈਣਗੇ ਕਿ ਇਹ ਜਿਹੜੀ ਆਲੋਚਨਾ ਪਾਰਟੀ ਵੱਲੋਂ ਕੀਤੀ ਜਾ ਰਹੀ ਆ, ਇਹ ਕੇਵਲ ਔਰ ਕੇਵਲ ਜੈਲਸ ਦੀ ਭਾਵਨਾ, ਰਾਜਨੀਤਿਕ ਸੌੜੀ ਰਾਜਨੀਤੀ ਦੀ ਭਾਵਨਾ ਨਾਲ ਕੀਤੀ ਜਾ ਰਹੀ ਹੈ। ਕਿਉਂਕਿ ਉਹਦੇ ਕੋਲ ਬਹੁਤ ਮਟੀਰੀਅਲ ਆ, ਚਾਹੇ ਉਹ ਅਕਾਲੀਆਂ ਦਾ, ਬਾਦਲਾਂ ਦਾ ਹੋਵੇ ਜਾਂ ਕਾਂਗਰਸ ਦਾ ਹੋਵੇ, ਕਿਉਂਕਿ ਉਸ ਦਾਇਰੇ ਦੇ ਵਿੱਚੋਂ, ਉਸ ਗੇਮ ਦੇ ਵਿੱਚੋਂ ਉਹ ਨਿਕਲ ਕੇ ਗਿਆ। ਉਹਦੇ ਸਾਹਮਣੇ ਬੋਲਣ ਵਾਲੇ ਕੋਈ ਹੋਣਗੇ, ਘਬਰਾਹਟ ਜਾਂ ਬੁਖਲਾਹਟ ਦੀ ਸਥਿਤੀ ਜ਼ਰੂਰ ਆ। ਤੁਸੀਂ ਕੱਲ ਤੱਕ ਦੇਖਿਓ, ਜੇਕਰ ਕੱਲ ਉਸਨੇ ਪਾਰਟੀ ਨੂੰ ਜੁਆਇਨ ਕਰ ਲਿਆ ਤਾਂ ਕੱਲ ਹੀ ਮਾਝੇ ਦੇ ਜਰਨੈਲ ਬਿਕਰਮ ਮਜੀਠੀਆ ਜ਼ਰੂਰ ਆਪਣਾ ਪ੍ਰਤੀਕਰਮ ਦੇਗਾ, ਵਿਰਸਾ ਸਿੰਘ ਵਲਟੋਆ ਜ਼ਰੂਰ ਪ੍ਰਤੀਕਰਮ ਦੇਗਾ, ਉਹ ਈਵਨ ਕਿ ਸ਼੍ਰੋਮਣੀ ਅਕਾਲੀ ਦਲ ਵਾਲੇ ਵੀ, ਕਾਂਗਰਸ ਵਾਲੇ ਵੀ ਆਪਣਾ ਪ੍ਰਤੀਕਰਮ ਦੇਣਗੇ। ਪਰ ਸਿੱਧੂ ਸਾਹਿਬ, ਇੱਕ ਹੈਰਾਨੀ ਦੀ ਗੱਲ ਇਹ ਹੈਗੀ ਕਿ ਜਿਹੜੀ ਇੱਕ ਮੇਰੇ ਮਨ 'ਚ ਇੱਕ ਪ੍ਰਸ਼ਨ ਉੱਠਦਾ ਹੈ ਕਿ ਜਿਸ ਦਿਨ ਕੰਵਰ ਵਿਜੇ ਪ੍ਰਤਾਪ ਨੇ ਆਪਣਾ ਅਸਤੀਫਾ ਦਿੱਤਾ ਸੀ ਤਾਂ ਉਸ ਦਿਨ ਉਹ ਗਵਰਨਰ ਨੂੰ ਮਿਲ ਕੇ ਆਏ ਸੀ। ਤੇ ਜੇ ਤੇ ਤੋਂ ਅਨੁਮਾਨ ਇਹ ਲੱਗਣ ਲੱਗ ਪਏ ਸਨ ਕਿ ਸ਼ਾਇਦ ਕੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੀ ਬਜਾਏ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਸਕਦੇ। ਹਾਂ, ਇਹਦੇ ਨਾਲ ਇੱਕ ਜਿਹੜੀ ਹੈਰਾਨੀ ਦੀ ਜਿਹੜੀ ਸਥਿਤੀ ਆ ਉਹ ਜ਼ਰੂਰ ਜਿਹੜੀ ਆ ਉਹ ਪੈਦਾ ਹੋਈ ਹੈ। ਬਾਕੀ ਜਿਹੜੀ ਤਸਵੀਰ ਆ ਹੋਰ 12 ਗੱਲ ਹੋਰ ਹੈ ਕਿ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਪਹਿਲਾਂ ਤਾਂ ਚਲੋ ਉਹ ਸਿਰਫ ਅਕਾਲੀ ਦਲ ਤੇ ਵਰਤੇ ਸੀ, ਤਾਂ ਹੁਣ ਜੇਕਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਆ, ਜਿਵੇਂ ਆਪਾਂ ਸਵੇਰੇ ਵੀ ਆਪਾਂ ਜਦੋਂ ਖਬਰ ਬ੍ਰੇਕ ਕੀਤੀ ਆਪਾਂ ਉਦੋਂ ਵੀ ਇਹ ਗੱਲਬਾਤ ਕਰ ਰਹੇ ਸੀ, ਤਾਂ ਕਿਤੇ ਨਾ ਕਿਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਉਹ ਅਕਾਲੀ ਦਲ ਦੇ ਲਈ ਇਕੱਲੇ ਹੀ ਨਹੀਂ, ਸਗੋਂ ਨਵਜੋਤ ਸਿੰਘ ਸਿੱਧੂ ਦੇ ਇਸ ਲਈ ਮੈਂ ਕਹਿ ਰਿਹਾ ਕਿਉਂਕਿ ਪਤਾ ਇਹ ਵੀ ਲੱਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਵੀ ਮਦਦ ਉਦੋਂ ਮੰਗੀ ਸੀ ਕੰਵਰ ਵਿਜੇ ਪ੍ਰਤਾਪ ਨੇ। ਤਾਂ ਕਿਹਾ ਜਾ ਰਿਹਾ ਕਿ ਉਦੋਂ ਨਵਜੋਤ ਸਿੰਘ ਸਿੱਧੂ ਨੇ ਉਹਦੀ ਕਹਿੰਦੇ ਕਿ ਇਲਜ਼ਾਮ ਹੈ ਕੰਵਰ ਵਿਜੇ ਪ੍ਰਤਾਪ ਦੇ ਕਿ ਉਹਨਾਂ ਨੇ ਉਹਨਾਂ ਦੀ ਬਾਂਹ ਨਹੀਂ ਫੜੀ ਜਦੋਂ ਮਦਦ ਮੰਗੀ ਸੀ ਨਵਜੋਤ ਸਿੱਧੂ, ਤਾਂ ਉਹਨਾਂ ਦੀ ਵੀ ਖਤਰਾ ਬਣ ਸਕਦੇ ਆ ਕੰਵਰ ਵਿਜੇ ਪ੍ਰਤਾਪ। ਤਾਂ ਹੋ ਸਕਦਾ ਕਿ ਇਹ ਵੀ ਗੱਲ ਸ਼ਾਰਟ ਹੀ ਹੈ, ਕਿਉਂਕਿ ਪਹਿਲਾਂ ਤੋਂ ਹੀ ਲੰਬੇ ਸਮੇਂ ਤੋਂ ਇਹ ਗੱਲ ਕਹਿੰਦੇ ਆ ਰਹੇ ਆ ਕਿ ਇਹਨਾਂ ਨੇ ਚੰਗੀ ਤਰੀਕੇ ਦੇ ਨਾਲ ਕੇਸ ਦੀ ਪੈਰਵਾਈ ਨਹੀਂ ਕੀਤੀ, ਜਿਹੜੇ ਅਤੁਲ ਨੰਦਾ ਸਰਕਾਰ ਨੇ ਚੰਗੇ ਤਰੀਕੇ ਨਾਲ ਪੈਰਵਾਈ ਨਹੀਂ ਕੀਤੀ। ਯਾਨੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਕਾਲੀ ਦਲ ਇਕੱਲੇ ਨਹੀਂ, ਸਗੋਂ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਲਈ ਵੀ ਜਿਹੜਾ ਖਤਰਾ ਇਹ ਬਣ ਸਕਦੇ ਆ।
ਹਾਂ ਦੇਖੋ ਸਿੱਧੂ ਸਾਹਿਬ, ਜਿਹੜਾ ਸਵਾਲ ਤੁਸੀਂ ਕਰ ਰਹੇ ਜੇ ਨਾ, ਇਹ ਸਵਾਲ ਨੇ ਬੜਾ ਪ੍ਰਸ਼ਨਾਂ ਨੂੰ ਹੋਰਾਂ ਨੂੰ ਜਨਮ ਦੇਣਾ। ਇਹ ਸਥਿਤੀ ਜਿਹੜੀ ਨਾ ਪੰਜਾਬ ਦੀ ਸਿਆਸਤ ਦੀ ਸਥਿਤੀ ਹੋਰ ਹੋ ਜਾਣੀ ਹੈ। ਸਥਿਤੀ ਇਸ ਤਰੀਕੇ ਨਾਲ ਹੋ ਜਾਣੀ ਹੈ ਕਿ ਚਲੋ ਆਪਾਂ ਨਵਜੋਤ ਸਿੱਧੂ ਦੀ ਗੱਲ ਕਰਦੇ ਹਾਂ। ਨਵਜੋਤ ਸਿੱਧੂ ਨੇ ਇਹ ਜਿਹੜੀ ਜੰਗ ਸੀ ਸ਼ੁਰੂ ਕੀਤੀ ਸੀ ਇਸੇ ਰਿਪੋਰਟ ਨੂੰ ਲੈ ਕੇ, ਜਿਹੜੀ ਰਿਪੋਰਟ ਹਾਈ ਕੋਰਟ ਵੱਲੋਂ ਰੱਦ ਹੋਈ ਹੈ। ਅੱਛਾ, ਉਹ ਰਿਪੋਰਟ ਨੂੰ ਰੱਦ ਹੋਈ ਨੂੰ ਮੁੱਦਤਾਂ ਖਤਮ 2-3 ਮਹੀਨੇ ਹੋ ਚੱਲੇ ਨੇ, ਕਿਸੇ ਦਾ ਉਹ ਰਿਪੋਰਟ ਵੱਲ ਧਿਆਨ ਹੀ ਨਹੀਂ ਗਿਆ। ਲੜਾਈ ਜਿਹੜੀ ਕਿੱਧਰ ਦੀ ਕਿੱਧਰ ਨੂੰ ਚਲੀ ਗਈ, ਉਹ ਮੁੱਦੇ ਜਿਹੜੇ ਖਤਮ ਹੋ ਗਏ, ਉਹ ਲੜਾਈ ਕਿੱਧਰ ਨੂੰ ਚਲੀ ਗਈ, ਇਹਨੂੰ ਚੇਤਾ ਹੀ ਨਹੀਂ ਕਿ ਬਾਦਲ ਨੂੰ ਫੜ ਕੇ ਅੰਦਰ ਕਰਾਉਣਾ। ਅੱਛਾ, ਜੇਕਰ ਹੁਣ ਕਾਂਗਰਸ ਹਾਈਕਮਾਨ ਇੱਕ ਅਹਿਮ ਜ਼ਿੰਮੇਵਾਰੀ ਨਵਜੋਤ ਸਿੱਧੂ ਨੂੰ ਦਿੰਦੀ ਹੈ ਤਾਂ ਨਵਜੋਤ ਸਿੱਧੂ ਚੁੱਪ ਕਰਕੇ ਉਹ ਸਵੀਕਾਰ ਕਰਨਾ ਹੀ ਪੈਣਾ। ਉਹ ਸਵੀਕਾਰ ਕਰ ਲਈ ਤੇ ਕਰਨੀ ਪੈਣੀ ਹੈ, ਕਰ ਲੈਂਦੇ ਨੇ। ਤਾਂ ਫਿਰ ਵੀ ਨਵਜੋਤ ਸਿੱਧੂ ਦੀ ਕਾਰਜਸ਼ੈਲੀ ਦੇ ਉੱਤੇ ਪ੍ਰਸ਼ਨ ਚਿੰਨ੍ਹ ਉੱਠਣਾ ਲਾਜ਼ਮੀ ਹੈ ਕਿ ਸ਼ਾਇਦ ਇਹਦੇ ਵੱਲੋਂ ਜਿਹੜੀ ਇਹ ਜੰਗ ਸ਼ੁਰੂ ਕੀਤੀ ਸੀ ਉਹ ਇਸੇ ਆਧਾਰ ਕਰਕੇ ਕੀਤੀ ਗਈ ਸੀ ਕਿ ਮੈਨੂੰ ਸੂਬਾ ਪ੍ਰਧਾਨਗੀ ਜਿਹੜੀ ਚਾਹੀਦੀ ਹੈ। ਸੋ ਕਹਿਣ ਦਾ ਅਰਥ ਇਹ ਹੈ ਕਿ ਸਿੱਧੂ ਸਾਹਿਬ, ਜੋ ਕਵਰ ਵਿਜੇ ਪ੍ਰਤਾਪ ਹੁਣ ਜਦੋਂ ਆਏਗਾ, ਉਹਦੇ ਖਤਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਉਨਾ ਹੀ ਹੈ ਤੇ ਦੂਜੇ ਪਾਸੇ ਕਾਂਗਰਸ ਨੂੰ ਵੀ ਉਨਾ ਹੀ ਹੈ, ਖਾਸ ਤੌਰ ਤੇ ਨਵਜੋਤ ਸਿੱਧੂ ਜਾਂ ਇਹੋ ਜਿਹੇ ਲੋਕ ਜਿਹੜੇ ਇਸ ਮੁੱਦੇ ਨੂੰ ਲੈ ਕੇ ਚੱਲੇ ਸਨ। ਪਰ ਸਥਿਤੀਆਂ ਇਹ ਨੇ ਕਿ ਹੁਣ ਪੰਜਾਬ ਦੀ ਇਹ ਜਿਹੜਾ ਸਿਆਸੀ ਘਮਾਸਾਨ ਮਚਿਆ, ਬੜੇ ਵੱਡੇ ਪੱਧਰ ਤੇ ਜਿਹੜੀ ਆਪਾਂ ਕਹਿ ਸਕਦੇ ਕਿ ਫੇਰ ਬਦਲ ਹੋਣਾ ਆ। ਜਿਸ ਤਰੀਕੇ ਨਾਲ ਅੱਜ ਪ੍ਰਗਟ ਸਿੰਘ ਹੋਣਾ ਨੇ ਪ੍ਰੈਸ ਕਾਨਫਰੰਸ ਅੱਜ ਫਿਰ ਕਰ ਲਈ, ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਕਾਰਜਸ਼ੈਲੀ ਦੇ ਫਿਰ ਪ੍ਰਸ਼ਨ ਚਿੰਨ੍ਹ ਉਠਾਇਆ ਕਿ ਜਿਹੜੇ ਵਿਧਾਇਕਾਂ ਦੇ ਬੱਚਿਆਂ ਨੂੰ ਸੀਟ ਜਿਹੜੀ ਨੌਕਰੀਆਂ ਨਹੀਂ ਦੇਣੀਆਂ ਚਾਹੀਦੀਆਂ। ਔਰ ਸਿਰ ਸਾਹਿਬ, ਇੱਕ ਗੱਲ ਮੈਨੂੰ ਵੈਸੇ ਹੋਰ ਗੱਲ ਚੇਤੇ ਆਈ ਹੈ, ਵੈਸੇ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਬਣਦੀ ਹੈ। ਜੇਕਰ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਉਹ ਜਿਹੜੇ 2 ਵਿਧਾਇਕ ਨੇ ਫਤਿਹ ਜੰਗ ਸਿੰਘ ਬਾਜਵਾ ਔਰ ਜੋਗਿੰਦਰਪਾਲ ਪਾਂਡੇ ਦੇ ਪੋਤਰੇ ਨੂੰ ਔਰ ਇਹਨਾਂ ਦੇ ਬੇਟੇ ਨੂੰ ਨੌਕਰੀ ਦਿੱਤੀ ਹੈ, ਪਰ ਇਹ 'ਚ ਉਹਨਾਂ ਨੇ ਗਲਤ ਤਾਂ ਕੀਤਾ ਹੀ ਨਹੀਂ, ਕਿਉਂਕਿ ਉਹਨਾਂ ਨੇ ਮੈਨੀਫੈਸਟੋ 'ਚ ਕਿਹਾ ਸੀ ਕਿ ਘਰ ਰੁਜ਼ਗਾਰ ਜਿਹੜਾ ਦੇਣਾ ਆ। ਤੇ ਜਿਹੜੇ ਰੁਜ਼ਗਾਰ ਜਦੋਂ ਦੇਣਾ ਆ ਤਾਂ ਜਿਹੜੇ ਵਿਧਾਇਕ ਨੇ ਉਹ ਵੀ ਤਾਂ ਪੰਜਾਬ ਦੇ ਵਿਧਾਇਕ ਨੇ, ਉਹਨਾਂ ਦਾ ਘਰ ਵੀ ਤੇ ਪੰਜਾਬ 'ਚ ਹੀ ਆ। ਪਰ ਗੱਲ ਤੇ ਇਹ ਹੈ ਨਾ ਹਣਕੀ ਸਾਹਿਬ ਕਿ ਪੰਜਾਬ ਦੇ ਵਿੱਚ ਲੱਖਾਂ ਘਰ ਹੈ, ਪੰਜਾਬ ਦੇ ਵਿੱਚ 3 ਤਾਂ ਘਰ ਹੈ ਨਹੀਂ। ਇੱਕ ਤਾਂ ਜਾਂ ਫਿਰ ਉਹਨਾਂ ਨੂੰ ਰਵਨੀਤ ਸਿੰਘ ਬਿੱਟੂ ਦਾ ਘਰ ਦਿਖਿਆ ਤੇ ਜਾਂ ਫਿਰ ਉਹਨਾਂ ਨੂੰ ਪਾਂਡੇ ਤੇ ਫਤਿਹ ਜੰਗ ਬਾਜਵਾ ਦਾ ਘਰ ਦਿਖਿਆ। ਸਿੱਧੂ ਸਾਹਿਬ, ਤੁਹਾਡੀ ਗੱਲ ਮੈਂ ਮੰਨਦਾ ਆ, ਪਰ ਜਦੋਂ ਆਪਾਂ ਗੱਲ ਸ਼ੁਰੂ ਕਰਨੀ ਹੈ ਕਿਤੋਂ ਨਾ ਕਿਤੋਂ ਤੇ ਸ਼ੁਰੂਆਤ ਕਰਨੀ ਹੈ ਨਾ। ਹੁਣ ਜਿਹੜੇ ਪੰਜਾਬ ਦੇ ਵਿਧਾਇਕ ਜਿਨ੍ਹਾਂ ਨੂੰ ਦਿੱਤੇ ਗਏ ਉਹ ਕਿਹੜੇ ਪਾਕਿਸਤਾਨ ਦੇ ਵਿਧਾਇਕ ਜਾਂ ਬਾਰਡਰ ਪਾ ਰਹੇ ਨੇ, ਪਾਕਿਸਤਾਨ ਮਤਲਬ ਹੈ ਤੇ ਪੰਜਾਬ 'ਚ ਹੀ ਹੈ ਨਾ। ਤੇ ਜੇਕਰ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਤੇ ਚੰਗੀ ਗੱਲ ਆ, ਘਰ ਉਹਨਾਂ ਨੇ ਦੇਣੀਆਂ ਨੌਕਰੀਆਂ ਸ਼ੁਰੂ ਕੀਤੀਆਂ। ਇੱਕ ਗੱਲ ਮੈਂ ਹੋਰ ਕਹਿਦਾ, ਕਈ ਵਾਰੀ ਆਮ ਤੌਰ ਤੇ ਕਹਿੰਦਾ ਅਸੀਂ ਸਰਬੱਤ ਦੇ ਭਲੇ ਦੀ ਆਸ ਮੰਗਦੇ, ਕਿ ਸਰਬੱਤ ਦੇ ਭਲੇ ਦੀ ਆਸ ਕਰਦੇ ਨੇ। ਅਸੀਂ ਕਹਿੰਦੇ ਕਿ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰੀ, ਪਰ ਜਿਹੜੀ ਸ਼ੁਰੂਆਤ ਉਹ ਸਾਡੇ ਘਰ ਤੋਂ ਕਰੇ। ਇਹੋ ਜਿਹੀ ਕੋਈ ਜ਼ਿਆਦਾ ਕੰਟਰੋਵਰਸੀ ਨਹੀਂ ਪੈਣੀ ਚਾਹੀਦੀ। ਠੀਕ ਹੈ, ਜਾਂ ਤਾਂ ਫਿਰ ਕੈਪਟਨ ਸਾਹਿਬ ਸਿੱਧੇ ਤੌਰ ਤੇ ਕਹਿ ਦੇਣ ਕਿ ਭਾਈ ਮੈਂ ਇੱਥੋਂ ਸ਼ੁਰੂਆਤ ਕੀਤੀ ਹੈ। ਫਿਰ ਜਿਹੜਾ ਪਰ ਤਰਸ ਦਾ ਆਧਾਰ ਦੱਸਿਆ ਉਹਨਾਂ ਨੇ, ਜਿਹੜਾ ਕਾਰਨ ਦੱਸਿਆ ਨੌਕਰੀ ਦੇਣ ਦਾ, ਉਹ ਹਜਮ ਨਹੀਂ ਹੁੰਦਾ ਲੋਕਾਂ ਨੂੰ। ਨਹੀਂ, ਇਹ ਗੱਲ ਤੁਸੀਂ ਕੈਪਟਨ ਸਾਹਿਬ ਦੀ ਕਾਰਜਸ਼ੈਲੀ ਤੇ ਆਪਾਂ ਮਤਲਬ ਪ੍ਰਸ਼ਨ ਚ ਨਹੀਂ ਲਾ ਸਕਦੇ। ਉਹ ਕਿਉਂਕਿ ਉਹਨਾਂ ਨੇ ਜਿਹੜੇ ਆਪਣੇ ਵਾਅਦੇ ਕੀਤੇ ਨੇ, ਘੱਟੋ ਘੱਟ 86% ਉਹ ਕਾਂਗਰਸ ਸਰਕਾਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਪੂਰੇ ਕਰ ਲਏ ਆ। ਉਹ ਚਾਹੇ ਕੇਸ ਅੰਦਰ ਪਿਓ ਘਰ ਨੌਕਰੀ, ਏਡੀਆਂ ਵੱਡੀਆਂ ਨੌਕਰੀਆਂ ਉਹਨਾਂ ਨੇ ਦਿੱਤੀਆਂ ਨੇ। ਚਲੋ ਗੱਲ ਆਪਾਂ ਜਿਹੜੀ ਬੜੀ ਗੰਭੀਰ ਗੱਲ ਕਰਦੇ ਪਏ, ਆਪਾਂ ਆਪਣੇ ਵਿਸ਼ੇ ਵੱਲ ਆਉਂਦੇ ਆ। ਤਾਂ ਪ੍ਰਗਟ ਸਿੰਘ ਉਹਨਾਂ ਨੇ ਜਿਸ ਤਰੀਕੇ ਨਾਲ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਤੇ ਪ੍ਰਸ਼ਨ ਚ ਲਾਇਆ, ਉਹਨਾਂ ਨੇ ਵੀ ਇੱਕ ਬਿਆਨ ਕੀਤਾ। ਕਹਿੰਦੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਜਿਹੜੀ ਕੰਮ ਕਰਨ ਦੀ ਇੱਛਾ ਸ਼ਕਤੀ ਹੈ, ਉਹ ਤਾਂ ਕਹਿੰਦਾ ਮੈਂ ਪ੍ਰਭਾਵਿਤ ਹਾਂ ਕਿ 5 ਜਿਹੜੇ ਮੰਤਰੀ ਨੇ ਉਹ ਵੀ ਇਸ ਗੱਲ ਦਾ ਵਿਰੋਧ ਕਰ ਰਹੇ ਆ, ਪਰ ਕੈਪਟਨ ਸਾਹਿਬ ਨੇ ਕਹਿੰਦਾ ਆਪਣੀ ਇੱਛਾ ਸ਼ਕਤੀ ਨਾਲ ਉਹ ਕੰਮ ਜਿਹੜਾ ਕਰ ਦਿੱਤਾ। ਆਹ ਉਹਨਾਂ ਨੇ ਬਿਆਨ ਜਿਹੜਾ ਦੱਸਿਆ। ਹੁਣ ਇਹਦੇ ਨਾਲ ਹੀ ਨਾਲ ਉਹਨਾਂ ਨੇ ਹੋਰ ਵੀ ਬਹੁਤ ਕੁਝ ਕਿਹਾ। ਤਾਂ ਸਿੱਧੂ ਸਾਹਿਬ ਬੜੇ ਵੱਡੇ ਪੱਧਰ ਤੇ ਦੂਜੇ ਪਾਸੇ ਕਵਰ ਵਿਜੇ ਪ੍ਰਤਾਪ ਵੱਲੋਂ ਵੀ ਜਦੋਂ ਉਹਨਾਂ ਨੂੰ ਪ੍ਰਸ਼ਨ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਹਾਂ, ਆਮ ਆਦਮੀ ਪਾਰਟੀ ਜਿਹੜੀ ਆ ਉਹਦੇ ਨਾਲ ਮਜ਼ਬੂਤ ਹੋਏਗੀ। ਇਹ 2 ਇਨਸੀਡੈਂਟ ਜਿਹੜੇ ਨੇ, ਇੱਕ ਪਾਸੇ ਕਵਰ ਵਿਜੇ ਪ੍ਰਤਾਪ ਦਾ ਅੱਜ ਮੀਡੀਆ ਦੇ ਸਨਮੁਖ ਹੋਣਾ, ਦੂਜੇ ਪਾਸੇ ਕਾਂਗਰਸ ਹਾਈ ਕਮਾਨ ਵੱਲੋਂ ਦਿੱਤੇ ਚੁੱਪ ਰਹਿਣ ਦੇ ਨਿਰਦੇਸ਼ਾਂ ਦੇ ਬਾਵਜੂਦ ਪ੍ਰਗਟ ਸਿੰਘ ਵੱਲੋਂ ਫਿਰ ਮੀਡੀਆ ਦੇ ਸਾਹਮਣੇ ਆਣ ਕੇ ਕੈਪਟਨ ਦੇ ਵਿਰੁੱਧ ਬੋਲਣਾ, ਇਹ ਬਹੁਤ ਜਿਹੜੇ ਇਸ਼ਾਰੇ ਜਿਹੜੇ ਉਹ ਬਹੁਤ ਇਸ਼ਾਰੇ ਕਰ ਰਿਹਾ। ਉਹ ਤੀਸਰੇ ਬੰਨੇ ਜਿਹੜੀ ਕੱਲ ਬੀਬੀ ਨਵਜੋਤ ਕੌਰ ਸਿੱਧੂ ਨੇ ਵੀ ਇਹ ਗੱਲ ਕਹੀ ਕਿ ਅਸੀਂ ਕਾਂਗਰਸ ਹਾਈ ਕਮਾਨ ਦੇ ਆਖੇ ਅਨੁਸਾਰ ਚੁੱਪਿਆ, ਤੇ ਜੇ ਨਾ ਸਾਡੀ ਗੱਲ ਮੰਨੀ ਤਾਂ ਫਿਰ ਅਸੀਂ ਬੋਲਾਂਗੇ। ਇਸ ਦਾ ਭਾਵ ਇਹ ਹੈ ਕਿ ਸਿੱਧੂ ਸਾਹਿਬ ਆਉਂਦੇ ਆ ਕੁਝ ਦਿਨਾਂ 'ਚ ਪੰਜਾਬ ਦੇ ਸਿਆਸੀ ਸਮੀਕਰਨ ਬੜੇ ਤੇਜ਼ੀ ਨਾਲ ਬਦਲਣਗੇ, ਇੱਕ ਸਿਆਸੀ ਭੁਚਾਲ ਆਵੇਗਾ ਔਰ ਇਹੋ ਜਿਹੇ ਨਤੀਜੇ ਜਿਹੜੇ ਸਾਹਮਣੇ ਆ ਸਕਦੇ ਨੇ ਕਿ ਜਿਨ੍ਹਾਂ ਵੱਲੋਂ ਕਦੇ ਸੋਚਿਆ ਵੀ ਨਾ ਹੋਵੇ ਕਿਸੇ ਨੇ। ਇਹ ਜ਼ਰੂਰੀ ਨਹੀਂ ਕਿ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਾਂ ਭਾਜਪਾ ਜਾਂ ਕਿਸੇ 'ਚ ਵੀ, ਇਹ ਵੱਡੇ ਪੱਧਰ ਤੇ ਬਹੁਤ ਕੁਝ ਇਹੋ ਜਿਹਾ ਵਾਪਰੇਗਾ ਜਿਹੜਾ 2022 ਦੀਆਂ ਚੋਣਾਂ ਵਾਸਤੇ ਧਰਤ ਨੂੰ ਤਿਆਰ ਕਰੇਗਾ। ਧਰਤ ਨੂੰ ਤਿਆਰ ਕਰ ਰਿਹਾ ਉਹ 2022 ਦੀਆਂ ਚੋਣਾਂ ਵਾਸਤੇ। ਸੋ ਜਿਹੜੀ ਗੱਲ ਨਾ, ਮੈਨੂੰ ਸਭ ਤੋਂ ਜ਼ਿਆਦਾ ਜਿਹੜੀ ਖਦਸ਼ਾ ਇਹ ਵੀ ਆ ਕਿ ਤੁਸੀਂ ਨਵਜੋਤ ਸਿੱਧੂ ਬਾਰ-ਬਾਰ ਇਹ ਗੱਲ ਕਹੀ ਜਾਂਦੇ ਨੇ, ਜਾਂ ਉਹਨਾਂ ਦੀ ਵਾਈਫ ਨੇ ਵੀ ਇਹ ਗੱਲ ਕਹੀ ਕਿ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਰਹਿਣਾ, ਜਾਂ ਕਾਂਗਰਸ ਪਾਰਟੀ ਸਾਡੀ ਮਾਂ ਪਾਰਟੀ ਹੈ, ਅਸੀਂ ਨਹੀਂ ਛੱਡਣਾ। ਜਿਹੜੇ ਅਸਾਰ ਆ ਨਾ,
ਉਹ ਨਵਜੋਤ ਸਿੱਧੂ ਦੇ ਸੰਦਰਭ ਦੇ ਵਿੱਚ ਵੀ ਕੋਈ ਚੰਗੇ ਜਾਂ ਸ਼ੁਭ ਜਿਹੜੇ ਦਿਖਾਈ ਨਹੀਂ ਦਿੰਦੇ, ਕਿਉਂਕਿ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਇੱਕ ਪ੍ਰੈਸ਼ਰ ਬਣਾਇਆ ਜਾ ਰਿਹਾ ਔਰ ਉਸ ਪ੍ਰੈਸ਼ਰ ਦੇ ਕਾਰਨ ਕਾਂਗਰਸ ਹਾਈ ਕਮਾਨ ਕੀ ਫੈਸਲੇ ਲੈਂਦੀ। ਜਿਸ ਤਰ੍ਹਾਂ ਇੱਕ 20 ਤਰੀਕ ਦਾ ਉਹਨਾਂ ਨੇ ਸ਼ੋਸ਼ਾ ਛੱਡਿਆ ਸੀ, 20 ਤਰੀਕ ਅੱਜ ਨਾ ਕਿ ਕੋਈ ਪਾਰਟੀ ਕੋਈ ਮੀਟਿੰਗ ਨਹੀਂ ਹੋਈ, ਜਿਸ ਬਾਰੇ ਅਸੀਂ ਕੱਲ ਗੱਲ ਕਰ ਚੁੱਕੇ ਸਾਂ ਕਿ ਜੇਕਰ ਕਾਂਗਰਸ ਗਾਂਧੀ ਪਰਿਵਾਰ ਵੱਲੋਂ ਕੋਈ ਬੰਦਾ ਇੰਨੀ ਗੱਲ ਕਹਿੰਦਾ ਕਿ ਐਤਵਾਰ ਨੂੰ ਮੀਟਿੰਗ ਆ ਤਾਂ ਸਮਝ ਲਓ ਉਹ ਕੋਰੀ ਅਫਵਾਹ ਆ। ਤਾਂ ਕਹਿਣ ਦਾ ਅਰਥ ਹੈ ਕਿ ਜੇਕਰ ਆਉਂਦਿਆਂ ਨੈਕਸਟ ਅਗਲਾ ਹਫ਼ਤਾ ਜਿਹੜਾ ਸਵੇਰੇ ਚੜ੍ਹਦਾ ਇਸ ਹਫ਼ਤੇ ਦੇ ਵਿੱਚ ਅਗਰ ਨਵਜੋਤ ਸਿੱਧੂ ਦੇ ਸੰਦਰਭ ਦੇ ਵਿੱਚ ਕੋਈ ਵੀ ਫੈਸਲਾ ਕਾਂਗਰਸ ਹਾਈ ਕਮਾਨ ਨਹੀਂ ਲੈਂਦੀ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ 30 ਤਰੀਕ ਤੱਕ ਇਹ ਗੱਲ ਕਹੀ ਗਈ ਆ ਕਿ 30 ਜੂਨ ਤੱਕ ਅਸੀਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਦੇਣਾ। ਕਹਿਣ ਦਾ ਅਰਥ ਹੈ ਕਿ ਬੜੇ ਵੱਡੇ ਪੱਧਰ ਤੇ ਜਿਹੜੀਆਂ ਸਿਆਸੀ ਸਫਾਬਾਜ਼ੀਆਂ ਜਾਂ ਸਿਆਸੀ ਕਲਾਬੰਦੀਆਂ ਜਿਹੜੀਆਂ ਹੋ ਰਹੀਆਂ ਨੇ, ਵਫਾਦਾਰੀਆਂ ਬਦਲੀਆਂ ਜਾ ਸਕਦੀਆਂ ਨੇ, ਕਿਸੇ ਪਾਸੇ ਵੀ ਉਹ ਜਾਇਆ ਜਾ ਸਕਦਾ। ਜ਼ਰੂਰੀ ਨਹੀਂ ਕਿ ਰਾਹੁਲ ਬ੍ਰਿਗੇਡ ਦੇ ਕਿਹਾ ਜੇ ਨਵਜੋਤ ਸਿੱਧੂ 3 ਸਾਲ ਤੋਂ ਘਰ ਬੈਠਾ ਤੇ ਅਗਲਾ ਹੁਣ ਫਿਰ 2024 ਤੱਕ ਚੁੱਪ ਕਰਕੇ ਇਹਨਾਂ ਸਥਿਤੀਆਂ ਨੂੰ ਮੰਨੇ, ਕਿਉਂਕਿ ਇਹੋ ਵਕਤ ਦਾ ਕੋਈ ਪਤਾ ਨਹੀਂ ਕਿ ਸਥਿਤੀਆਂ ਕਿਹੜੇ ਵੇਲੇ ਪਰਿਵਰਤਿਤ ਜਿਹੜੀਆਂ ਹੋ ਜਾਂਦੀਆਂ ਨੇ। ਜਿਹੋ ਜਿਹਾ ਕਾਲ ਚੱਲਦਾ ਪਿਆ, ਪਤਾ ਨਹੀਂ ਕਿਹੜਾ ਬੰਦਾ ਕਿੱਧਰ ਨੂੰ ਜਾਣਾ ਜਾਂ ਕਿੱਧਰ ਨੂੰ ਨਹੀਂ ਜਾਣਾ। ਸੋ ਨਵਜੋਤ ਸਿੱਧੂ ਦੇ ਸੰਦਰਭ ਦੇ ਵਿੱਚ ਵੀ ਅਸੀਂ ਕਹਿ ਸਕਦੇ ਕਿ ਜੇਕਰ IPS ਕਮਰ ਵਿਜੇ ਪ੍ਰਤਾਪ ਜਾ ਰਿਹਾ ਆਮ ਆਦਮੀ ਪਾਰਟੀ 'ਚ ਜਿਸ ਤਰ੍ਹਾਂ ਕਿਹਾ ਸੁਣਾਈਆਂ ਨੇ, ਤਾਂ ਇਹ ਸਮਝ ਲਓ ਹੋਰ ਕੋਈ ਜਾਵੇ ਨਾ ਜਾਵੇ, ਪ੍ਰਗਟ ਸਿੰਘ ਦੇ ਉੱਤੇ ਜਿਹੜੀ ਅਨੁਸ਼ਾਸਨ ਦੀ ਤਲਵਾਰ ਚੱਲਣੀ ਹੈ ਔਰ ਪ੍ਰਗਟ ਸਿੰਘ ਆਮ ਆਦਮੀ ਪਾਰਟੀ 'ਚ ਜਾਏਗਾ। ਬੇਸ਼ੱਕ ਅੱਜ ਵੀ ਉਹ ਮੀਟਿੰਗ 'ਚ ਕਹਿ ਰਿਹਾ ਸੀ ਕਿ ਮੇਰੇ ਤੇ ਬੜੇ ਇਦਾਂ ਦੇ ਇਲਜ਼ਾਮ ਲੱਗਦੇ ਨੇ, ਮਤਲਬ ਮੈਂ ਪਾਰਟੀ ਨਵੀਂ ਲੱਗਾ ਬਣਾਉਣ, ਮੈਂ ਇਹ ਮਤਲਬ ਕਹਿੰਦਾ ਇਹੋ ਜਿਹੇ ਇਲਜ਼ਾਮ ਨਹੀਂ, ਪਰ ਜਿਹੜੀ ਉਸਦੀ ਬਾਡੀ ਲੈਂਗੁਏਜ ਜਾਂ ਜਿਸ ਤਰੀਕੇ ਦਾ ਉਹਦਾ ਪ੍ਰਤੀਕਰਮ ਸਾਹਮਣੇ ਆ ਰਿਹਾ ਉਹ ਤੋਂ ਇਹ ਗੱਲ ਯਕੀਨੀ ਆ ਕਿ ਉਹ ਆਮ ਆਦਮੀ ਪਾਰਟੀ ਹੀ ਜਾਣਗੇ। ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਬਾਰੇ ਵੀ ਇਹੋ ਜਿਹੇ ਸ਼ੰਕੇ ਜਿਹੜੇ ਇਹੋ ਜਿਹੇ ਖਦਸ਼ੇ ਜਿਹੜੇ ਨੇ ਹੁਣ ਪੈਦਾ ਹੋਣੇ ਸੁਭਾਵਿਕ ਨੇ, ਕਿਉਂਕਿ ਜਿਉਂ-ਜਿਉਂ ਦੇਰੀ ਹੋ ਰਹੀ ਹੈ ਤਾਂ ਉਧਰ ਜਿਹੜੇ ਉਹਦੇ ਹਮਾਇਤੀ ਨੇ ਉਹਨਾਂ 'ਚ ਵੀ ਇੱਕ ਅਸੰਤੋਸ਼ ਜਿਹੜਾ ਉਹ ਫੈਲਦਾ ਪਿਆ। ਬਾਕੀ ਜਿਹੜੀ ਸਥਿਤੀ ਹੈ ਉਹ ਅਗਲੇ ਹਫ਼ਤੇ ਤੱਕ ਕਲੀਅਰ ਹੋ ਜਾਏਗੀ। ਨਾਨਕੀ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ। ਸਾਰੇ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ तमाम ਖਬਰਾਂ ਦੇ ਉੱਪਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਕੇ ਗੱਲਬਾਤ ਕੀਤੀ ਗਈ, ਵਿਚਾਰ ਚਰਚਾ ਕੀਤੀ ਗਈ, ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਗਏ। ਉਮੀਦ ਕਰਦੇ ਹਾਂ ਕਿ ਪ੍ਰੋਫੈਸਰ ਸਾਹਿਬ ਉਹਨਾਂ ਦੇ ਵਿਚਾਰ ਜਿਹੜੇ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।